ਸ੍ਰੀ ਵਾਹਿਗੁਰੂ ਸਾਹਿਬ ਜੀ। ਲਹੁੜੀ ਹੋਏ ਚੀਚੁੰਗਲੀ, ਪੈਦੀ ਛਾਪ ਮਿਲੀ ਵਡਿਆਈ। ਲਹੁੜੀ ਘਨ ਹਰ ਬੂੰਦ ਹੋਏ, ਪ੍ਰਗਟ ਮੋਤੀ ਸਿਪ ਸਮਾਈ। ਲਹੁੜੀ ਬੂਟੀ ਕੇਸਰੈ, ਮੱਥੇ ਟਿੱਕਾ ਸੋਭਾ ਪਾਈ। ਲਹੁੜੀ ਪਾਰਸ ਪੱਥਰੀ, ਅਸ਼ਟ ਧਾਤ ਕੰਚਨ ਕਰਵਾਈ। ਜਿਉ ਮਣ ਲਹੁੜੇ ਸੱਪ ਸਿਰ, ਦੇਖੈ ਲੁਕ ਲੁਕ ਲੋਕ ਲੁਕਾਈ। ਜਾਣ ਰਸਾਇਣ ਪਾਰਿਆਹੋ, ਰੱਤੀ ਮੁੱਲ ਨ ਜਾਏ ਮੁਲਾਈ। ਆਪ ਗਵਾਏ ਨਾ ਆਪ ਗਣਾਈ, ਆਪ ਗਵਾਏ ਨਾ ਆਪ ਗਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਬਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਭਾਈ ਸਾਹਿਬ ਜੀ ਦੀ ਚੌਥੀ ਵਾਰ ਦੇ ਵਿੱਚੋਂ ਚੌਥੀ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੋ ਰਹੀ ਹੈ। ਭਾਈ ਗੁਰਦਾਸ ਜੀ ਇਸ ਵਾਰ ਦੇ ਅੰਦਰ ਅਨੇਕਾਂ ਉਦਾਹਰਣਾਂ ਦੇ ਕੇ ਸਾਨੂੰ ਸਾਰਿਆਂ ਨੂੰ ਨਿਮਰਤਾ ਦਾ ਗੁਣ ਧਾਰਨ ਕਰਨ ਦਾ ਉਪਦੇਸ਼ ਦਿੰਦੇ ਹੈ। ਜਿਹੜੇ ਨਿਮਰਤਾ ਧਾਰਨ ਕਰਦੇ ਹੈ, ਨੀਵੇਂ ਰਹਿੰਦੇ ਹੈ, ਗਰੀਬੀ ਸੁਭਾਅ ਧਾਰਨ ਕਰਦੇ ਹੈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਬਹੁਤ ਜ਼ਿਆਦਾ ਵਡਿਆਈ ਮਿਲਦੀ ਹੈ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਪਵਿੱਤਰ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ। ਲਹੁੜੀ ਹੋਏ ਚੀਚੁੰਗਲੀ, ਪੈਦੀ ਛਾਪ ਮਿਲੀ ਵਡਿਆਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆਪਣੇ ਹੱਥ ਵੱਲ ਨਜ਼ਰ ਮਾਰੋ। ਜਿਹੜੀ ਚੀਚੀ ਹੈ, ਸਭ ਤੋਂ ਛੋਟੀ ਹੈ। ਲਹੁੜੀ ਦਾ ਅਰਥ ਹੁੰਦਾ ਛੋਟੀ, ਨਿੱਕੀ। ਲਹੁੜੀ ਹੋਏ ਚੀਚੁੰਗਲੀ, ਇੱਕ ਅੰਗੂਠਾ ਹੈ, ਨਾਲ 4 ਉਂਗਲਾਂ ਹਨ। ਸੋ ਜਿਹੜੀ ਚੀਚੀ ਹੈ ਉਹ ਸਾਰਿਆਂ ਤੋਂ ਛੋਟੀ ਹੈ। ਪੈਦੀ ਛਾਪ ਮਿਲੀ ਵਡਿਆਈ, ਚੀਚੀ ਦੇ ਵਿੱਚ ਛਾਪ ਪਾਈ ਜਾਂਦੀ ਹੈ, ਭਾਵੇਂ ਹੈ ਨਿੱਕੀ, ਪਰ ਜਦੋਂ ਕੋਈ ਸੋਨੇ ਦੀ ਛਾਪ ਮੁੰਦਰੀ ਪਾਈ ਜਾਂਦੀ, ਇਹਨੂੰ ਵਡਿਆਈ ਮਿਲਦੀ ਹੈ ਛੋਟੀ, ਪਰ ਸੋਨੇ ਦੀ ਛਾਪ ਚੀਚੀ ਵਿੱਚ ਪਾਈ ਗਈ, ਇਸ ਤਰ੍ਹਾਂ ਇਹਨੂੰ ਵਡਿਆਈ ਮਿਲੀ ਹੈ। ਲਹੁੜੀ ਘਨ ਹਰ ਬੂੰਦ ਹੋਏ,
ਪ੍ਰਗਟ ਮੋਤੀ ਸਿਪ ਸਮਾਈ। ਬੱਦਲਾਂ ਦੇ ਵਿੱਚੋਂ ਜੋ ਸ਼ਵਾਂਤੀ ਬੂੰਦ ਧਰਤੀ 'ਤੇ ਡਿੱਗਦੀ ਹੈ ਉਹ ਬਹੁਤ ਛੋਟੀ ਹੁੰਦੀ ਹੈ, ਨਿੱਕੀ ਹੁੰਦੀ ਹੈ। ਪਰ ਜਦੋਂ ਉਹ ਸਿੱਪ ਦੇ ਵਿੱਚ ਪੈਂਦੀ ਹੈ, ਸ਼ਵਾਂਤੀ ਬੂੰਦ ਛੋਟੀ ਹੁੰਦੀ ਹੈ। ਜਦੋਂ ਸਿੱਪੀ ਦੇ ਵਿੱਚ ਪੈਂਦੀ ਹੈ ਨਾ, ਤਾਂ ਉਹ ਫਿਰ ਬੂੰਦ ਮੋਤੀ ਬਣ ਜਾਂਦੀ ਹੈ, ਸੁੱਚਾ ਮੋਤੀ। ਛੋਟੀ ਬੂੰਦ ਸਿੱਪੀ ਦੇ ਵਿੱਚ ਪੈ ਕੇ ਪ੍ਰਗਟ ਹੀ, ਪ੍ਰਤੱਖ ਹੀ ਮੋਤੀ ਬਣ ਜਾਂਦੀ ਹੈ ਭਾਵੇਂ ਉਹ ਬੂੰਦ ਛੋਟੀ, ਪਰ ਸਿੱਪੀ ਵਿੱਚ ਪੈ ਕੇ ਜਦ ਮੋਤੀ ਬਣ ਗਿਆ, ਵਡਿਆਈ ਮਿਲ ਗਈ ਉਸ ਨੂੰ। ਲਹੁੜੀ ਬੂਟੀ ਕੇਸਰੈ, ਮੱਥੈ ਟਿੱਕਾ ਸੋਭਾ ਪਾਈ। ਕੇਸਰ ਦੀ ਬੂਟੀ ਬਹੁਤ ਛੋਟੀ ਹੁੰਦੀ ਹੈ, ਕੇਸਰ ਮਹਿੰਗਾ ਵੀ ਬਹੁਤ ਵਿਕਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਕੇਸਰ ਦੀ ਬੂਟੀ ਛੋਟੀ ਹੈ, ਪਰ ਜਦੋਂ ਕਿਤੇ ਕੋਈ ਸਮਾਗਮ, ਵਿਆਹ ਕਾਰਜ ਹੁੰਦੇ ਹੈ ਜਾਂ ਹੋਰ ਕੋਈ ਸੰਸਾਰ ਦੀਆਂ ਰਸਮਾਂ ਦੀ ਗੱਲ ਕਰੀਏ, ਤਾਂ ਫਿਰ ਕੇਸਰ ਦਾ ਟਿੱਕਾ ਜਿਹੜਾ ਨਾ ਉਹ ਮੱਥੇ 'ਤੇ ਲਾਇਆ ਜਾਂਦਾ ਹੈ। ਬੂਟੀ ਉਹ ਛੋਟੀ ਹੈ। ਇੱਦਾਂ ਤਾਂ ਦੁਨੀਆ 'ਤੇ ਹੋਰ ਬੂਟੀਆਂ ਬਹੁਤ ਨੇ, ਬੰਦਾ ਰੰਗ ਵੀ ਲਿਆ ਸਕਦਾ ਹੈ, ਰੰਗ ਵੀ ਲਾ ਸਕਦਾ, ਪਰ ਨਹੀਂ, ਜਿਹੜਾ ਮੱਥੇ 'ਤੇ ਟਿੱਕਾ ਹੈ ਉਹ ਕੇਸਰ ਦਾ ਹੀ ਲੱਗਣਾ ਹੈ। ਕੇਸਰ ਦੀ ਬੂਟੀ ਹੈ ਛੋਟੀ, ਪਰ ਮੱਥੇ 'ਤੇ ਟਿੱਕਾ ਜਦੋਂ ਉਹਦਾ ਲੱਗਦਾ ਹੈ, ਇਸ ਤਰ੍ਹਾਂ ਸ਼ੋਭਾ ਪਾਉਂਦੀ ਹੈ, ਉਹਨੂੰ ਮਾਣ ਮਿਲਦਾ ਹੈ, ਮੱਥੇ 'ਤੇ ਟਿੱਕਾ ਲੱਗਦਾ ਹੈ। ਲਹੁੜੀ ਪਾਰਸ ਪੱਥਰੀ, ਅਸ਼ਟ ਧਾਤ ਕੰਚਨ ਕਰਵਾਈ। ਪਾਰਸ ਦੀ ਜਿਹੜੀ ਵੱਟੀ ਹੁੰਦੀ ਹੈ, ਛੋਟਾ ਜਿਹਾ ਪੱਥਰ ਹੀ ਹੁੰਦਾ ਹੈ। ਲਹੁੜੀ ਪਾਰਸ ਪੱਥਰੀ, ਪਾਰਸ ਦੀ ਵੱਟੀ ਬਿਲਕੁਲ ਛੋਟੀ ਹੈ, ਪਰ ਉਹ 8 ਧਾਤਾਂ ਨੂੰ ਕੰਚਨ ਬਣਾ ਦਿੰਦੀ ਹੈ, ਸੋਨਾ ਬਣਾ ਦਿੰਦੀ ਹੈ। ਪਹਾੜ ਕਿੱਡੇ ਕਿੱਡੇ ਵੱਡੇ ਨੇ, ਕਿੱਡੇ ਕਿੱਡੇ ਵੱਡੇ ਪੱਥਰ ਹਨ, ਪਰ ਜਿਹੜੀ ਵਡਿਆਈ ਛੋਟੀ ਜਿਹੀ ਪਾਰਸ ਦੀ ਵੱਟੀ ਨੂੰ ਮਿਲੇਗੀ, ਉਹ ਵੱਡੇ ਪੱਥਰਾਂ ਨੂੰ ਵਡਿਆਈ ਨਹੀਂ ਮਿਲਦੀ, ਕਿਉਂਕਿ ਉਹਦੇ ਵਿੱਚ ਗੁਣ ਹੈ, ਛੋਟੀ ਹੈ, ਔਰ ਉਹ 8 ਧਾਤਾਂ ਨੂੰ ਸੋਨਾ ਬਣਾ ਦਿੰਦੀ ਹੈ। ਜਿਉਂ ਮਨ ਲਹੁੜੇ ਸੱਪ ਸਿਰ, ਦੇਖੈ ਲੁਕ ਲੁਕ ਲੋਕ ਲੁਕਾਈ। ਜਿਵੇਂ ਸੱਪ ਦੇ ਸਿਰ ਦੇ ਵਿੱਚ ਮਣੀ ਛੋਟੀ ਹੁੰਦੀ ਹੈ, ਉਹ ਜਗਦੀ ਹੈ, ਉਹਦਾ ਪ੍ਰਕਾਸ਼ ਹੁੰਦਾ ਹੈ। ਦੇਖੈ ਲੁਕ ਲੁਕ ਲੋਕ ਲੁਕਾਈ, ਇਹ ਲੁਕਾਈ, ਇਹ ਖਲਕਤ ਸ੍ਰਿਸ਼ਟੀ ਦੇ ਲੋਕ ਲੁਕ ਲੁਕ ਕੇ ਉਹ ਸੱਪ ਨੂੰ ਵੇਖਦੇ ਹੈ, ਇਹ ਮਣੀ ਵਾਲਾ ਸੱਪ ਹੈ। ਸਾਰੇ ਸੱਪਾਂ ਦੇ ਸਿਰ 'ਤੇ ਮਣੀ ਨਹੀਂ ਹੁੰਦੀ, ਵਿਰਲੇ ਨੇ। ਸੋ ਜਿਹਦੇ ਸੱਪ ਦੇ ਸਿਰ 'ਤੇ ਮਣੀ ਹੈ ਉਹ ਬਹੁਤ ਛੋਟੀ, ਲੋਕ ਲੁਕ ਲੁਕ ਛਿਪ ਛਿਪ ਕੇ ਵੇਖਦੇ ਹੈ, ਉਹ ਮਣੀ ਕਰਕੇ ਸੱਪ ਨੂੰ ਵਡਿਆਈ ਮਿਲਦੀ ਹੈ। ਜਾਣ ਰਸਾਇਣ ਪਾਰੇ ਉਹ, ਰੱਤੀ ਮੁੱਲ ਨਾ ਜਾਏ ਮੁਲਾਈ। ਫਿਰ ਇਸੇ ਹੀ ਤਰ੍ਹਾਂ ਪਾਰੇ ਦੀ ਰਸਾਇਣ ਤੋਂ ਨਿੱਕੀ ਜਿਹੀ ਰੱਤੀ ਬਣਦੀ ਹੈ, ਉਹ ਇੰਨੀ ਕੀਮਤੀ ਹੋ ਜਾਂਦੀ ਹੈ, ਕਿਸੇ ਮੁੱਲ ਨਾਲ ਵੀ ਉਹਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਉਹ ਅਮੋਲਕ ਚੀਜ਼ ਬਣ ਜਾਂਦੀ ਹੈ। ਜਾਨ ਰਸਾਇਣ ਪਾਰੇ ਉਹ, ਪਾਰੇ ਦੀ ਰਸਾਇਣ ਤੋਂ ਜਦੋਂ ਰੱਤੀ ਬਣਦੀ ਹੈ ਨਾ, ਅਮੋਲਕ ਸ਼ੈ ਬਣ ਜਾਂਦੀ ਹੈ, ਉਹ ਕਿਸੇ ਚੀਜ਼ ਦੇ ਨਾਲ ਉਹਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਮੁੱਲ ਨਹੀਂ ਮੁਲਾਇਆ ਜਾ ਸਕਦਾ। ਸੋ ਉਹਦੀ ਕੀਮਤ ਹੈ ਭਾਵੇਂ ਉਹ ਛੋਟੀ, ਪਰ ਕੀਮਤ ਬਹੁਤ ਜ਼ਿਆਦਾ ਹੈ। ਆਪ ਗਵਾਏ ਨਾ ਆਪ ਗਣਾਈ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਿਹੜੇ ਨਿਮਰਤਾ ਧਾਰਨ ਵਾਲੇ ਨੇ ਨਾ, ਆਪ ਗਵਾਏ, ਉਹ ਆਪਾ ਭਾਵ ਮੈਂ ਮੇਰੀ ਹੰਗਤਾ ਮਮਤਾ ਨੂੰ ਗਵਾ ਦਿੰਦੇ, ਦੂਰ ਕਰ ਦਿੰਦੇ। ਨਾ ਆਪ ਗਣਾਈ, ਅਤੇ ਆਪਣੇ ਆਪ ਨੂੰ ਜਣਾਉਂਦੇ ਨਹੀਂ ਕਿ ਮੈਂ ਕੁਝ ਹਾਂ, ਨਿਮਰਤਾ ਦੇ ਵਿੱਚ ਰਹਿੰਦੇ ਹੈ। ਸੋ ਇਹ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਪੌੜੀ ਦੇ ਵਿੱਚ ਹੱਥਾਂ ਦੀਆਂ ਉਂਗਲਾਂ ਦੇ ਵਿੱਚੋਂ ਚੀਚੀ ਦੀ ਗੱਲ ਕੀਤੀ, ਛੋਟੀ ਹੈ, ਛਾਪ ਇਹਦੇ 'ਚ ਪੈਂਦੀ, ਫਿਰ ਇਹਨੂੰ ਵਡਿਆਈ ਮਿਲ ਜਾਂਦੀ ਹੈ।
ਸ਼ਵਾਂਤੀ ਬੂੰਦ ਸਿਪ ਵਿੱਚ ਪੈਂਦੀ ਹੈ, ਮੋਤੀ ਬਣ ਜਾਂਦੀ ਹੈ। ਕੇਸਰ ਬੂਟੀ ਛੋਟੀ ਹੈ, ਪਰ ਮੱਥੇ 'ਤੇ ਟਿੱਕਾ ਲਾਇਆ ਜਾਂਦਾ ਹੈ। ਪਾਰਸ ਉਹਦੀ ਛੋਟਾ ਜਿਹਾ ਪੱਥਰ ਹੁੰਦਾ ਹੈ, 8 ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ। ਸੱਪ ਦੇ ਸਿਰ 'ਤੇ ਮਣੀ ਹੁੰਦੀ ਹੈ, ਉਹ ਵਡਿਆਈ ਪਾਉਂਦਾ ਹੈ। ਔਰ ਇਸੇ ਤਰ੍ਹਾਂ ਰਸਾਇਣ ਜਿਹੜਾ ਹੈ, ਉਹ ਤੋਂ ਪਾਰੇ ਦੀ ਰਸਾਇਣ ਤੋਂ ਜਦੋਂ ਰੱਤੀ ਛੋਟੀ ਜਿਹੀ ਬਣਦੀ ਹੈ ਨਾ, ਉਹ ਬਹੁਤ ਮੁੱਲ ਵਾਲੀ ਹੁੰਦੀ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਿਹੜੇ ਨੀਵੇਂ ਹੋ ਕੇ ਰਹਿੰਦੇ ਆ ਨਾ, ਨਿਮਰਤਾ ਦਾ ਗੁਣ ਧਾਰਨ ਕਰਕੇ ਰੱਖਦੇ ਹੈ, ਉਹ ਬੁਲੰਦੀਆਂ ਨੂੰ ਛੋਹ ਜਾਂਦੇ ਹੈ। ਨਿਮਰਤਾ ਵਾਲਿਆਂ ਨੂੰ ਵਡਿਆਈਆਂ ਬਹੁਤ ਮਿਲਦੀਆਂ ਨੇ। ਜਿਵੇਂ ਇਹ ਛੋਟੀਆਂ ਚੀਜ਼ਾਂ ਗਿਣੀਆਂ ਨੇ, ਹੈਨ ਭਾਵੇਂ ਛੋਟੀਆਂ, ਪਰ ਇਹਨਾਂ ਨੂੰ ਵਡਿਆਈ ਬਹੁਤ ਮਿਲਦੀ ਹੈ। ਇਸੇ ਤਰ੍ਹਾਂ ਨਿਮਰਤਾ ਵਾਲਾ ਸੰਸਾਰ ਦੇ ਵਿੱਚ ਵੀ ਵਡਿਆਈ ਖੱਟਦਾ ਹੈ, ਅਤੇ ਨਿਰੰਕਾਰ ਦੇ ਦਰ 'ਤੇ ਵੀ ਉਹਨੂੰ ਵਡਿਆਈ ਮਿਲਦੀ ਹੈ। ਹੁਣ ਅਗਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਅੱਗ ਦੀ ਅਤੇ ਜਲ ਦੀ ਉਦਾਹਰਣ ਦਿੰਦਿਆਂ ਹੋਇਆਂ ਨਿਮਰਤਾ ਧਾਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਅਤੇ ਨਾਲ ਹੀ ਸਾਨੂੰ ਦੱਸਿਆ ਹੈ ਵੀ ਜਿਹੜੇ ਅੱਗ ਵਾਂਗ ਤਮੋ ਗੁਣੀ ਸੁਭਾਅ ਵਾਲੇ ਬੰਦੇ ਨੇ, ਉਹਨਾਂ ਦੀ ਸੰਗਤ ਦਾ ਤਿਆਗ ਕਰਕੇ ਜਲ ਵਾਂਗ, ਪਾਣੀ ਦੇ ਵਾਂਗ ਜਿਹੜੇ ਸਤੋ ਗੁਣੀ ਸੁਭਾਅ ਵਾਲੇ ਬੰਦੇ ਨੇ ਨਾ, ਉਹਨਾਂ ਦੀ ਸੰਗਤ ਕਰੋ। ਫਿਰ ਜੀਵਨ ਵਿੱਚ ਨਿਮਰਤਾ ਆਏਗੀ, ਫਿਰ ਇਹ ਜੀਵਨ ਸਫਲ ਬਣੇਗਾ। 5ਵੀਂ ਪੌੜੀ ਹੈ ਇਹ, ਚੌਥੀ ਵਾਰ ਦੀ। ਅੱਗ ਤੱਤੀ ਜਲ ਸੀਅਰਾ, ਕਿਤ ਅਵਗੁਣ ਕਿਤ ਗੁਣ ਵਿਚਾਰਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਅੱਗ ਤੱਤੀ ਹੈ, ਅੱਗ ਜਿਹੜੀ ਹੈ ਉਹ ਤੱਤੀ ਹੈ। ਜਲ ਸੀਅਰਾ, ਅਤੇ ਪਾਣੀ ਜਿਹੜਾ ਉਹ ਠੰਡਾ ਹੈ। ਕਿਤ ਅਵਗੁਣ ਕਿਤ ਗੁਣ ਵਿਚਾਰਾ, ਕਹਿੰਦੇ ਤੁਸੀਂ ਇਸ ਗੱਲ ਦੀ ਵਿਚਾਰ ਕਰੋ, ਕਿਹੜੇ ਔਗਣ ਕਰਕੇ ਅੱਗ ਤੱਤੀ ਹੈ ਅਤੇ ਕਿਹੜੇ ਗੁਣ ਕਰਕੇ ਪਾਣੀ ਠੰਡਾ ਹੈ। ਅੱਗ ਸਾੜ ਦੇਵੇਗੀ ਜੀ, ਉਹਦੇ ਨੇੜੇ ਜਾਵਾਂਗੇ, ਅੱਗ ਵਿੱਚ ਹੱਥ ਪਾਵਾਂਗੇ। ਇਹ ਭਾਈ ਸਾਹਿਬ ਨੇ ਦ੍ਰਿਸ਼ਟਾਂਤ ਦਿੱਤੇ ਹੈ, ਉਪਦੇਸ਼ ਦਿੱਤੇ ਹੈ। ਦ੍ਰਿਸ਼ਟਾਂਤ ਦੇ ਕਰਕੇ ਜੋ ਸਿਧਾਂਤ ਦੀ ਗੱਲ ਉਹ ਸਮਝਾਈ ਹੈ। ਅਸੀਂ ਸਿਧਾਂਤ ਨੂੰ ਫੜਨਾ ਹੈ, ਭਾਈ ਸਾਹਿਬ ਕੀ ਕਹਿ ਰਹੇ ਨੇ। ਕਾਵ ਜੁਗਤੀ ਕਿਵੇਂ ਵਰਤੀ ਜਾਂਦੀ ਹੈ, ਇਹ ਭਾਈ ਗੁਰਦਾਸ ਸਾਹਿਬ ਜੀ ਨੇ ਬਾ ਕਮਾਲ ਆਪਣੀ ਰਚਨਾ ਕਰਕੇ ਸਾਨੂੰ ਸਾਰਿਆਂ ਨੂੰ ਗੁਰਮਤਿ ਦਾ ਸਿਧਾਂਤ ਸਮਝਾਇਆ ਹੈ। ਵਿਚਾਰ ਕਰੋ, ਕਿਹੜੇ ਔਗਣ ਕਰਕੇ ਅੱਗ ਤੱਤੀ ਹੈ ਅਤੇ ਫਿਰ ਕਿਹੜੇ ਗੁਣ ਕਰਕੇ ਪਾਣੀ ਠੰਡਾ ਹੈ। ਅੱਗੀ ਧੂਆਂ ਧੌਲ ਹਰ, ਜਲ ਨਿਰਮਲ ਗੁਰ ਗਿਆਨ ਸੁਚਾਰਾ। ਗੁਰ ਗਿਆਨ ਸੁਚਾਰਾ, ਗੁਰੂ ਦੇ ਬਖਸ਼ੇ ਹੋਏ ਗਿਆਨ ਰਾਹੀਂ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝੋ, ਇਸ ਭੇਦ ਨੂੰ ਜਾਣੋ। ਅੱਗੀ ਧੂਆਂ ਧੌਲ ਹਰ, ਜਿਹੜੀ ਅੱਗ ਹੈ ਨਾ, ਉਹਦੇ ਵਿੱਚੋਂ ਧੂਆਂ ਨਿਕਲਦਾ ਹੈ ਅਤੇ ਉਹ ਮਕਾਨ ਨੂੰ, ਘਰ ਨੂੰ ਕਾਲਾ ਕਰ ਦਿੰਦੀ ਹੈ। ਆਪਾਂ ਵੇਖਦੇ ਹਾਂ ਨਾ, ਜਿੱਥੇ ਚੁੱਲ੍ਹਾ ਹੈ ਜਾਂ ਜਿੱਥੇ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਹੈ, ਅੱਗ ਬਲਦੀ ਹੈ, ਲੱਕੜਾਂ ਬਾਲੀਆਂ ਜਾਂਦੀਆਂ ਨੇ, ਕੰਧਾਂ ਕਾਲੀਆਂ, ਛੱਤ ਕਾਲੀ ਹੋ ਜਾਂਦੀ ਹੈ। ਅੱਗ ਜਿਹੜੀ ਹੈ ਉਹਦਾ ਧੂਆਂ ਧੌਲ ਹਰ, ਜਿਹੜਾ ਮਹਿਲ ਹੈ, ਮੰਦਰ ਹੈ ਜਾਂ ਘਰ ਹੈ, ਉਸ ਨੂੰ ਕਾਲਾ ਕਰ ਦਿੰਦੀ ਹੈ। ਅੱਗ ਉਸ ਨੂੰ ਧੂਏਂ ਦੇ ਨਾਲ ਮੈਲਾ ਕਰ ਦਿੰਦੀ ਹੈ। ਜਲ ਨਿਰਮਲ ਗੁਰ ਗਿਆਨ ਸੁਚਾਰਾ, ਅਤੇ ਜਿਹੜਾ ਜਲ ਹੈ, ਉਹ ਜਿਹੜਾ ਪਾਣੀ ਹੈ ਉਹ ਨਿਰਮਲ ਕਰ ਦਿੰਦਾ ਹੈ, ਪਾਣੀ ਮੈਲ ਨੂੰ ਧੋਂਦਾ ਹੈ, ਅਤੇ ਅੱਗ ਜਿਹੜੀ ਹੈ ਉਹ ਮੈਲਾ ਕਰ ਦਿੰਦੀ ਹੈ। ਸੋ ਗੁਰੂ ਦੇ ਬਖਸ਼ੇ ਗਿਆਨ ਦੁਆਰਾ ਇਸ ਗੱਲ ਨੂੰ, ਇਸ ਭੇਦ ਨੂੰ ਤੁਸੀਂ ਸਮਝੋ। ਭਾਵ ਇਹ ਹੈ ਕਿ ਜਿਵੇਂ ਅੱਗ ਅਤੇ ਪਾਣੀ ਦਾ ਸੁਭਾਅ ਆਦਿ ਹੈ, ਸ਼ੁਰੂ ਤੋਂ ਹੈ। ਪਰਮਾਤਮਾ ਨੇ ਸੁਭਾਅ ਹੀ ਦੋਵਾਂ ਨੂੰ ਇਸ ਤਰ੍ਹਾਂ ਦੇ ਵੱਖੋ ਵੱਖਰੇ ਦਿੱਤੇ ਨੇ। ਪਾਣੀ ਦਾ ਸਤੋ ਗੁਣੀ ਸੁਭਾਅ ਹੈ ਅਤੇ ਅੱਗ ਦਾ ਤਮੋ ਗੁਣੀ ਸੁਭਾਅ ਹੈ। ਸੋ ਇਸੇ ਤਰ੍ਹਾਂ ਚੰਗੇ ਮਨ ਦੇ ਜਿਹੜੇ ਬੰਦੇ ਨੇ ਨਾ, ਉਹਨਾਂ ਦਾ ਦੂਜਿਆਂ ਦੇ ਉੱਤੇ ਪ੍ਰਭਾਵ ਪੈਂਦਾ ਹੈ, ਸੁਭਾਵਕ ਹੀ ਪ੍ਰਭਾਵ ਪੈਂਦਾ ਹੈ।
ਬਾਬਾ ਕਬੀਰ ਜੀ ਦੇ ਜਦੋਂ ਅਸੀਂ ਸਲੋਕ ਪੜ੍ਹਦੇ ਹਾਂ, ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ। ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਉਹਨਾਂ ਤਮੋ ਗੁਣੀ ਸਾਖਤ ਬੰਦਿਆਂ ਦੀ ਗੱਲ ਕਰਦੇ ਬਾਬਾ ਕਬੀਰ ਸਾਹਿਬ ਜੀ। ਕਹਿੰਦੇ ਮਨਮੁਖਾਂ ਪਰਮਾਤਮਾ ਦੇ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਸੰਗਤ ਨਾ ਕਰਿਆ ਕਰ। ਕਿਉਂ? ਬਾਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਜਿਹੜਾ ਧੂਏਂ ਦੇ ਨਾਲ ਭਾਂਡਾ ਕਾਲਾ ਹੋ ਗਿਆ ਨਾ, ਜਦੋਂ ਉਸ ਭਾਂਡੇ ਨੂੰ ਤੂੰ ਫੜੇਂਗਾ, ਹੱਥ ਲਾਵੇਂਗਾ, ਤਾਂ ਤੇਰੇ ਹੱਥ ਵੀ ਮੈਲੇ ਹੋ ਜਾਣੇ ਨੇ, ਕਾਲੇ ਹੋ ਜਾਣੇ ਨੇ। ਇਸ ਲਈ ਜੇ ਤਮੋ ਗੁਣੀ ਸੁਭਾਅ ਵਾਲੇ ਬੰਦਿਆਂ ਦੀ ਸੰਗਤ ਕਰੇਂਗਾ ਤੇ ਤੂੰ ਵੀ ਉਹਨਾਂ ਵਰਗਾ ਹੀ ਬਣ ਜਾਣਾ। ਤੇਰੇ ਅੰਦਰ ਵੀ ਮੈਲ ਪੈਦਾ ਹੋ ਜਾਵੇਗੀ। ਪਰ ਜੇ ਸਤੋ ਗੁਣੀ ਬੰਦਿਆਂ ਦੀ ਸੰਗਤ ਕਰੇਂਗਾ, ਚੰਗੇ ਬੰਦੇ, ਚੰਗੇ ਮਨੁੱਖ, ਗੁਰਮੁਖ ਪਿਆਰੇ, ਤਾਂ ਤੇਰੇ ਜੀਵਨ ਦੇ ਵਿੱਚ ਗੁਣ ਪੈਦਾ ਹੋਣਗੇ, ਔਗਣ ਦੂਰ ਹੋਣਗੇ। ਤੂੰ ਉਹਨਾਂ ਤੋਂ ਕੁਝ ਗੁਣ ਸਿੱਖ ਕੇ ਧਾਰਨ ਕਰੇਂਗਾ। ਸੋ ਪਾਣੀ ਅਤੇ ਅੱਗ ਦਾ ਇਹ ਸੁਭਾਅ ਆਦਿ ਹੈ। ਇਸ ਲਈ ਤਮੋ ਗੁਣੀ ਬੰਦਿਆਂ ਦੀ ਸੰਗਤ ਛੱਡ ਕੇ ਸਤੋ ਗੁਣੀ ਸੁਭਾਅ ਵਾਲੇ ਮਨੁੱਖਾਂ ਦੀ ਸੰਗਤ ਕਰਿਆ ਕਰੋ। ਕੁਲ ਦੀਪਕ ਬੈ ਸੰਤ ਰਹੋ, ਜਲ ਕੁਲ ਕਵਲ ਵੱਡੇ ਪਰਵਾਰਾ। ਜਿਹੜੀ ਬੈਸੰਤਰ ਅੱਗ ਹੈ, ਅੱਗ ਦੀ ਕੁਲ ਦਾ ਦੀਵਾ ਜਿਹੜਾ ਉਹ ਬਲਦਾ ਹੋਇਆ। ਬਲਦੇ ਦੀਵੇ ਨੂੰ ਛੋਟਾ ਕਹਿੰਦੇ ਨੇ। ਜਦੋਂ ਬੁਝਾਉਣਾ ਹੁੰਦਾ ਸੀ ਦੀਵਾ, ਕਹਿੰਦੇ ਸੀ ਦੀਵਾ ਵੱਡਾ ਕਰ ਦਿਓ। ਸਿੱਧਾ ਨਹੀਂ ਸੀ ਕਹਿੰਦੇ ਦੀਵਾ ਬੁਝਾ ਦਿਓ, ਦੀਵਾ ਵੱਡਾ ਕਰ ਦਿਓ। ਪੁਰਾਣੀਆਂ ਬਜ਼ੁਰਗ ਮਾਈਆਂ ਘਰਾਂ ਵਿੱਚ ਕਹਿੰਦੀਆਂ ਸਨ। ਭਾਈ ਗੁਰਦਾਸ ਜੀ ਕਹਿੰਦੇ ਜਿਹੜੀ ਬੈਸੰਤਰ ਅੱਗ ਹੈ, ਉਹਦੀ ਕੁਲ ਦਾ ਜਿਹੜਾ ਦੀਵਾ ਹੈ, ਤੇ ਪਾਣੀ ਦੀ ਕੁਲ ਦਾ ਕੌਣ ਹੈ? ਕਵਲ ਫੁੱਲ। ਇਹਨਾਂ ਦੋਹਾਂ ਦੇ ਪਰਿਵਾਰ ਅੱਗੇ ਬਹੁਤ ਵੱਡੇ ਨੇ। ਪਾਣੀ ਵਿੱਚ ਕੌਲ ਫੁੱਲ ਪੈਦਾ ਹੁੰਦਾ ਹੈ, ਇੱਕ ਥੋੜ੍ਹੀ, ਕਈ ਕੌਲ ਫੁੱਲ ਨੇ। ਅਤੇ ਜਿਹੜੀ ਅੱਗ ਦੀ ਕੁਲ ਦਾ ਦੀਵਾ, ਉਹ ਕਿਹੜਾ ਇੱਕ ਹੈ, ਕਈ ਘਰਾਂ ਵਿੱਚ ਦੀਵੇ ਨੇ, ਚਾਨਣ ਕਰਦੇ ਨੇ। ਪਰਿਵਾਰ ਜਿਹੜੇ ਨੇ ਨਾ, ਇਹਨਾਂ ਦੇ ਬੜੇ ਵੱਡੇ ਵੱਡੇ ਹਨ। ਦੀਪਕ ਹੇਤ ਪਤੰਗ ਦਾ, ਕਵਲ ਭਵਰ ਪ੍ਰਗਟ ਪਹਾਰਾ। ਪਤੰਗ ਦਾ, ਪਤੰਗੇ ਦਾ ਜਿਹੜਾ ਪਿਆਰ ਹੈ, ਉਹ ਦੀਵੇ ਦੇ ਨਾਲ ਹੈ। ਉਹ ਦੀਵੇ ਦੇ ਉੱਤੇ ਆਉਂਦਾ ਹੈ, ਆਲੇ ਦੁਆਲੇ ਗੇੜੇ ਕੱਢਦਾ ਹੈ, ਫਿਰ ਦੀਵੇ ਦੀ ਲਾਟ ਦੇ ਉੱਤੇ ਸੜ ਜਾਂਦਾ ਹੈ। ਅੱਗ ਨੇ ਕੀ ਕੰਮ ਕੀਤਾ? ਸਾੜ ਦਿੱਤਾ ਪਤੰਗੇ ਨੂੰ। ਕਵਲ ਭਵਰ ਪ੍ਰਗਟ ਪਹਾਰਾ। ਅਤੇ ਜਿਹੜਾ ਕੌਲ ਫੁੱਲ, ਜਿਹੜਾ ਪਾਣੀ ਦਾ ਪੁੱਤ ਹੈ, ਪਾਣੀ ਦਾ ਪੁੱਤ ਕੌਲ ਫੁੱਲ, ਅੱਗ ਦੇ ਪੁੱਤ ਦੀਵੇ ਨੇ ਭੰਬਟ ਨੂੰ, ਪਤੰਗੇ ਨੂੰ ਸਾੜ ਦਿੱਤਾ। ਅਤੇ ਜਿਹੜਾ ਸਤੋਗੁਣੀ ਸੁਭਾਅ ਵਾਲਾ ਨਾ ਪਾਣੀ, ਉਹਦੇ ਪੁੱਤ ਕੌਲ ਫੁੱਲ ਨੇ ਜਦੋਂ ਉਹ ਖਿੜਿਆ, ਦੂਰੋਂ ਚੱਲ ਕੇ ਉੱਡ ਕੇ ਭੌਰਾ ਆਇਆ, ਉਹ ਫੁੱਲ ਦੇ ਉੱਤੇ ਗੁੰਜਾਰ ਪਾਉਂਦਾ ਹੈ। ਫਿਰ ਉਸ ਫੁੱਲ ਦੇ ਵਿੱਚੋਂ ਮਕਰੰਦ ਰਸ ਚੂਸਦਾ ਹੈ। ਪ੍ਰਗਟ ਪਹਾਰਾ, ਇਹ ਜਿਹੜੀ ਗੱਲ ਸਾਰੇ ਸੰਸਾਰ ਵਿੱਚ ਪ੍ਰਗਟ ਹੈ, ਸਾਰੇ ਲੋਕ ਅੱਖੀਂ ਵੇਖਦੇ ਹੈ। ਅੱਗੀ ਲਾਟ ਉਚਾਟ ਹੈ, ਸਿਰ ਉੱਚਾ ਕਰ ਕਰੈ ਕੁਚਾਰਾ। ਭਾਈ ਗੁਰਦਾਸ ਜੀ ਕਹਿੰਦੇ ਅੱਗ ਜਿਹੜੀ ਹੈ ਨਾ, ਉਹਦੀ ਲਾਟ ਜਿਹੜੀ ਹੈ, ਉਚਾਟ, ਘਬਰਾਹਟ ਪੈਦਾ ਕਰਦੀ ਹੈ। ਉਹਦੇ ਵਿੱਚ ਉੱਚਾਪਣ ਹੈ। ਸਿਰ ਉੱਚਾ ਕਰ ਕਰੈ ਕੁਚਾਰਾ। ਅਤੇ ਅੱਗ ਦੀ ਲਾਟ ਸਿਰ ਉੱਚਾ ਕਰਕੇ ਖੋਟਾ ਕੰਮ ਕਰਦੀ ਹੈ। ਜਦੋਂ ਵੀ ਆਪਾਂ ਅੱਗ ਚੁੱਲ੍ਹੇ 'ਚ ਬਾਲੋ, ਭਾਵੇਂ ਦੀਵਾ ਜਗਾਓ, ਜਿਹੜੀ ਉੱਤੇ ਜੋਤ ਹੁੰਦੀ ਹੈ ਉਹ ਤਾਂ ਨੂੰ ਜਾਂਦੀ ਹੈ। ਅੱਗ ਦੀ ਲਾਟ ਉੱਚੀ ਹੁੰਦੀ ਹੈ। ਜਿਵੇਂ ਜਿਵੇਂ ਬਾਲਣ ਜ਼ਿਆਦਾ ਪਾਈ ਜਾਵਾਂਗੇ, ਅੱਗ ਦੀਆਂ ਲਾਟਾਂ ਹੋਰ ਉੱਚੀਆਂ ਹੁੰਦੀਆਂ ਜਾਣਗੀਆਂ। ਭਾਈ ਗੁਰਦਾਸ ਜੀ ਕਹਿੰਦੇ ਸਿਰ ਤਾਂ ਉਹਦਾ ਉੱਚਾ ਹੈ, ਅੱਗ ਉੱਚੀ ਆ, ਪਰ ਕੰਮ ਬੜਾ ਖੋਟਾ ਕਰਦੀ ਹੈ। ਜਿਹੜਾ ਕੋਲ ਜਾਂਦਾ ਨਾ ਪਤੰਗਾ, ਉਹਨੂੰ ਸਾੜ ਕੇ ਰੱਖ ਦਿੰਦੀ ਹੈ। ਸਿਰ ਨੀਵਾਂ ਨੀਵਾਨ ਵਾਸ, ਪਾਣੀ ਅੰਦਰ ਪਰ ਉਪਕਾਰਾ।
ਪਾਣੀ ਜਿਹੜਾ ਉਹਦਾ ਸਿਰ ਨੀਵਾਂ ਹੈ, ਉਹ ਨੀਵੇਂ ਵਾਲੇ ਪਾਸੇ ਵਹਿੰਦਾ ਹੈ। ਉਹ ਨਿਮਰਤਾ ਧਾਰਨ ਕਰਕੇ ਰੱਖਦਾ, ਉਹ ਸਤੋਗੁਣੀ ਹੈ, ਸ਼ੀਤਲ ਹੈ, ਠੰਡਾ ਹੈ, ਅਤੇ ਉਹ ਨੀਵੇਂ ਵਾਲੇ ਪਾਸੇ ਹੀ ਜਾਂਦਾ, ਉਹ ਨੀਵਾਂ ਹੀ ਸਿਰ ਰੱਖਦਾ ਹੈ। ਪਾਣੀ ਅੰਦਰ ਪਰ ਉਪਕਾਰਾ, ਇਸ ਤਰ੍ਹਾਂ ਪਾਣੀ ਦੇ ਵਿੱਚ ਪਰਉਪਕਾਰ ਕਰਨ ਦੀ ਰੁਚੀ ਹੈ। ਪਾਣੀ ਪਰਉਪਕਾਰ ਕਰਦਾ, ਕਈਆਂ ਦੀ ਪਿਆਸ ਬੁਝਾਉਂਦਾ ਹੈ, ਮੈਲ ਨੂੰ ਦੂਰ ਕਰਦਾ ਹੈ, ਨਿਰਮਲ ਹੈ, ਸ਼ੀਤਲ ਹੈ। ਸੋ ਜਿਹੜੇ ਨਿਮਰਤਾ ਨੂੰ ਧਾਰਨ ਕਰਦੇ ਹੈ ਨਾ, ਉਹ ਪਾਣੀ ਵਾਂਗ ਵਡਿਆਈ ਪਾਉਂਦੇ ਹੈ। ਪਾਣੀ ਨਿਵਾਣ ਨੂੰ ਜਾਂਦਾ ਹੈ, ਨੀਵੇਂ ਥਾਂ 'ਤੇ ਛੱਪੜ ਵਿੱਚ ਇਕੱਠਾ ਹੋ ਜਾਂਦਾ ਹੈ, ਉੱਥੇ ਕੌਲ ਫੁੱਲ ਪੈਦਾ ਹੁੰਦਾ ਹੈ, ਭੌਰੇ ਆ ਕੇ ਗੁੰਜਾਰ ਪਾ ਕੇ ਰਸ ਲੈਂਦੇ ਨੇ। ਅੱਗ ਦੀ ਲਾਟ ਉੱਚੀ ਉੱਠਦੀ ਹੈ, ਜਿਹੜਾ ਵੀ ਕੋਈ ਕੋਲ ਜਾਂਦਾ ਉਹਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਇਸ ਲਈ ਪਾਣੀ ਪਰਉਪਕਾਰੀ ਹੈ, ਨੀਵਾਂ ਚੱਲਦਾ ਹੈ, ਨੀਵੇਂ ਗੁਣ ਨੇ। ਨਿਵ ਚੱਲੈ ਸੋ ਗੁਰੂ ਪਿਆਰਾ, ਇਸੇ ਤਰ੍ਹਾਂ ਜਿਹੜਾ ਨਿਉ ਕੇ ਚੱਲਦਾ, ਨਿਮਰਤਾ ਦਾ ਗੁਣ ਧਾਰਨ ਕਰਕੇ ਜੀਵਨ ਵਿੱਚ ਚੱਲਦਾ ਹੈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਗੁਰੂ ਨੂੰ ਪਿਆਰਾ ਲੱਗਦਾ ਹੈ। ਗੁਰੂ ਉਸ ਨੂੰ ਬਹੁਤ ਪਿਆਰ ਕਰਦਾ ਹੈ। ਗੁਰੂ ਨੂੰ ਉਹੀ ਚੰਗਾ ਲੱਗਦਾ ਜਿਹੜਾ ਨਿਮਰਤਾ ਧਾਰਨ ਕਰਕੇ ਰੱਖਦਾ ਹੈ। ਸੋ ਭਾਈ ਸਾਹਿਬ ਨੇ ਇਹ ਦ੍ਰਿਸ਼ਟਾਂਤ ਦਿੱਤੇ ਨੇ, ਅਤੇ ਕਿਸ ਸਿਧਾਂਤ ਨੂੰ ਸਮਝਾਉਣ ਲੱਗਿਆਂ ਦ੍ਰਿਸ਼ਟਾਂਤ ਦਿੱਤੇ। ਦ੍ਰਿਸ਼ਟਾਂਤ ਦਾ ਇੱਕ ਅੰਗ ਸਿਰਫ ਉਹਦਾ ਇੱਕ ਪੱਖ ਲਿਆ ਜਾਂਦਾ ਹੈ। ਦ੍ਰਿਸ਼ਟਾਂਤ ਦੇ ਦੋ ਪੱਖ ਨਹੀਂ ਲਏ ਜਾਂਦੇ। ਜੇ ਦੂਜਾ ਪੱਖ ਆਪਾਂ ਲਵਾਂਗੇ ਫਿਰ ਤਾਂ ਅੱਗ ਕਈ ਕੰਮ ਸਿੱਧ ਕਰਦੀ ਹੈ। ਪਰਮੇਸ਼ਰ ਨੇ 5 ਤੱਤਾਂ ਵਿੱਚੋਂ ਇੱਕ ਅਗਨੀ ਤੱਤ ਬਣਾਇਆ। ਜੇ ਅੱਗ ਨਾ ਹੋਵੇ ਭੋਜਨ ਕਿਵੇਂ ਤਿਆਰ ਹੋਣਾ, ਕਿਵੇਂ ਪੱਕੇਗਾ ਭੋਜਨ, ਕਿਵੇਂ ਰੋਟੀ ਖਾਵਾਂਗੇ। ਕਈ ਕਾਰਜ ਸਿੱਧ ਹੁੰਦੇ ਨੇ, ਲੋਹਾ ਪਿਘਲਾ ਕੇ ਕਈ ਤਰ੍ਹਾਂ ਦੇ ਆਕਾਰ ਬਣਾ ਦਿੱਤੇ ਜਾਂਦੇ ਨੇ, ਸ਼ਸਤਰ ਬਣਦੇ ਨੇ, ਮੋਟਰ ਗੱਡੀਆਂ ਬਣਦੀਆਂ ਨੇ। ਸੋ ਸਿਧਾਂਤ ਇੱਥੇ ਭਾਈ ਸਾਹਿਬ ਜੀ ਸਾਨੂੰ ਨਿਮਰਤਾ ਦਾ ਸਮਝਾਉਂਦੇ ਨੇ, ਅਤੇ ਕਾਵਿ ਦੇ ਵਿੱਚ ਜਿਹੜੀਆਂ ਯੁਕਤੀਆਂ ਵਰਤੀਆਂ ਜਾਂਦੀਆਂ ਨੇ, ਸਾਨੂੰ ਉਹ ਸਮਝਣ ਦੀ ਲੋੜ ਹੈ। ਜਦੋਂ ਸਾਨੂੰ ਸਾਹਿਤ ਪੜ੍ਹਨ ਦੀ ਰੁਚੀ ਹੋ ਗਈ, ਅਲੰਕਾਰਾਂ ਦੀ ਸਮਝ ਆ ਗਈ, ਕਾਵਿ ਨਿਆਏ ਯੁਕਤੀ ਦੀ ਸਮਝ ਆ ਗਈ, ਫਿਰ ਸਾਨੂੰ ਪਤਾ ਲੱਗੇਗਾ ਦ੍ਰਿਸ਼ਟਾਂਤ ਦਾ ਇੱਕ ਅੰਗ ਲਿਆ ਜਾਂਦਾ ਹੈ। ਸੋ ਅੱਗ ਅਤੇ ਪਾਣੀ, ਅੱਗ ਦੀ ਤਪਸ਼ ਅਤੇ ਪਾਣੀ ਦੀ ਨਿਮਰਤਾ, ਉਹ ਨੀਵੇਂ ਥਾਂ ਨੂੰ ਵਹਿੰਦਾ ਹੈ। ਭਾਈ ਸਾਹਿਬ ਨੇ ਕਿਹਾ ਇਸ ਤਰ੍ਹਾਂ ਜਿਹੜਾ ਨਿਉ ਕੇ ਚੱਲਦਾ ਉਹ ਪਰਉਪਕਾਰ ਕਰਦਾ ਹੈ, ਅਤੇ ਉਹੀ ਗੁਰੂ ਨੂੰ ਪਿਆਰਾ ਲੱਗਦਾ ਹੈ। ਹੁਣ ਚੌਥੀ ਵਾਰ ਦੀ ਅਗਲੀ 6ਵੀਂ ਪੌੜੀ ਦੇ ਅੰਦਰ ਭਾਈ ਸਾਹਿਬ ਜੀ ਸਾਨੂੰ ਇਹ ਸਮਝਾਉਂਦੇ ਨੇ, ਇੱਕ ਮਜੀਠ ਹੈ, ਮਜੀਠ ਦਾ ਰੰਗ, ਦੂਜਾ ਕਸੁੰਭੇ ਦਾ ਰੰਗ। ਮਜੀਠ ਦਾ ਰੰਗ ਪੱਕਾ ਹੁੰਦਾ ਹੈ, ਕਸੁੰਭੇ ਦਾ ਰੰਗ ਕੱਚਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਤਿਗੁਰੂ ਨੇ ਬਹੁਤ ਵਾਰ ਮਜੀਠ ਅਤੇ ਕਸੁੰਭੇ ਦੇ ਰੰਗ ਦੀ ਗੱਲ ਕੀਤੀ। ਦੁਨੀਆ ਦੇ ਪਦਾਰਥ, ਇਹਨਾਂ ਦੀ ਚਮਕ ਦਮਕ ਮਹਾਰਾਜ ਨੇ ਕਿਹਾ ਕਸੁੰਭੇ ਵਰਗੇ ਨੇ, ਕੱਚੇ ਨੇ, ਖਤਮ ਹੋ ਜਾਣ ਵਾਲੇ, ਨਾਸ਼ ਹੋ ਜਾਣ ਵਾਲੇ, ਫਿੱਕੇ ਪੈ ਜਾਣ ਵਾਲੇ ਨੇ। ਪਰ ਜਿਹੜਾ ਮਜੀਠ ਦਾ ਰੰਗ ਹੈ, ਨਾਮ ਦਾ ਰੰਗ, ਉਹ ਲਹਿੰਦਾ ਨਹੀਂ, ਇਹੋ ਜਿਹਾ ਪੱਕਾ ਰੰਗ ਹੈ। ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਮਹਾਰਾਜ ਕਹਿੰਦੇ ਇਸ ਕਾਇਆ ਨੂੰ ਰੰਗ ਘੋਲਣ ਵਾਲਾ ਭਾਂਡਾ ਬਣਾ ਲਏ, ਅਤੇ ਇਹਦੇ ਵਿੱਚ ਨਾਮ ਦਾ ਮਜੀਠੀ ਪੱਕਾ ਰੰਗ ਪਾ ਦੇ, ਅਤੇ ਫਿਰ ਜਦੋਂ ਮਾਲਕ ਕਿਰਪਾ ਕਰਕੇ ਰੰਗ ਦਿੰਦਾ ਹੈ ਨਾ, ਇਹੋ ਜਿਹਾ ਰੰਗ ਚੜ੍ਹਦਾ ਹੈ ਜਿਹੜਾ ਕਿਤੇ ਕਦੇ ਕਿਸੇ ਨੇ ਵੇਖਿਆ ਨਾ ਹੋਵੇ। ਫਿਰ ਉਹ ਕੱਪੜਾ ਤਾਂ ਪਾਟ ਜਾਵੇਗਾ, ਪਰ ਉਹ ਪੱਕਾ ਰੰਗ ਨਹੀਂ ਲੈਂਦਾ, ਉਹ ਫਿੱਕਾ ਨਹੀਂ ਪੈਂਦਾ। ਸਰੀਰ ਦੇ ਟੁਕੜੇ ਹੋ ਸਕਦੇ ਨੇ, ਬੰਦ ਕੱਟਿਆ ਜਾ ਸਕਦਾ ਹੈ, ਸਰੀਰ ਆਰੇ ਨਾਲ ਚੀਰਿਆ ਜਾ ਸਕਦਾ ਹੈ, ਪਰ ਉਹ ਰੰਗ ਜਿਹੜਾ ਨਾ, ਨਾਮ ਦਾ ਪੱਕਾ ਮਜੀਠੀ ਰੰਗ, ਉਹ ਕਦੇ ਲਹਿੰਦਾ ਨਹੀਂ ਹੈ। ਸੋ ਮਜੀਠ ਅਤੇ ਕਸੁੰਭਾ, ਇਹਨਾਂ ਦੇ ਦ੍ਰਿਸ਼ਟਾਂਤ ਦੇ ਕੇ ਸਾਨੂੰ ਭਾਈ ਗੁਰਦਾਸ ਜੀ ਸਿੱਖਿਆ ਬਖਸ਼ਦੇ ਹੈ। ਰੰਗ ਮਜੀਠ ਕਸੁੰਭ ਦਾ, ਕੱਚਾ ਪੱਕਾ ਕਿਤ ਵਿਚਾਰੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮਜੀਠ ਦਾ ਰੰਗ ਅਤੇ ਕਸੁੰਭ ਦਾ ਰੰਗ,
ਕਿਹੜੇ ਵਿਚਾਰ ਕਰਕੇ ਤੁਸੀਂ ਵਿਚਾਰ ਕਰੋ ਕਿ ਕਿਹੜੀ ਗੱਲ ਕਰਕੇ ਜਾਂ ਕਿਹੜੇ ਗੁਣ ਕਰਕੇ ਮਜੀਠ ਦਾ ਰੰਗ ਪੱਕਾ ਹੈ ਤੇ ਕਸੁੰਭੇ ਦਾ ਰੰਗ ਕੱਚਾ ਹੈ। ਇਹ ਵਿਚਾਰ ਕਰੋ ਸਾਰੇ ਜਣੇ ਆਪੋ ਆਪਣੇ ਮਨ ਵਿੱਚ। ਗੁਰਸਿੱਖਾਂ ਨੂੰ ਜਦ ਭਾਈ ਗੁਰਦਾਸ ਜੀ ਨੇ ਇਹ ਬਚਨ ਕਿਹਾ ਤਾਂ ਗੁਰਸਿੱਖ ਸਾਰੇ ਭਾਈ ਗੁਰਦਾਸ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਭਾਈ ਸਾਹਿਬ ਜੀ ਤੁਸੀਂ ਦੱਸੋ, ਤੁਸੀਂ ਵੱਡੇ ਵਿਚਾਰਵਾਨ ਗੁਰਮਤਿ ਦੇ ਸਿਧਾਂਤ ਨੂੰ ਜਾਣਨ ਵਾਲੇ ਹੋ, ਸਾਨੂੰ ਸਮਝਾਓ ਵੀ ਮਜੀਠ ਉਹਦਾ ਰੰਗ ਪੱਕਾ ਕਿਉਂ ਹੁੰਦਾ ਹੈ ਤੇ ਕਸੁੰਭੇ ਦਾ ਰੰਗ ਕੱਚਾ ਕਿਉਂ ਹੁੰਦਾ ਹੈ। ਇਹ ਵਿਚਾਰ ਤੁਸੀਂ ਦੱਸੋ। ਭਾਈ ਸਾਹਿਬ ਦੱਸਦੇ ਨੇ, ਧਰਤੀ ਉਖਣ ਕੱਢੀ ਐ, ਮੂਲ ਮਜੀਠ ਜੜੀ ਜੜ ਤਾਰੇ। ਭਾਈ ਸਾਹਿਬ ਜੀ ਕਹਿੰਦੇ ਜਿਹੜੀ ਮਜੀਠ ਹੁੰਦੀ ਹੈ ਨਾ ਉਹਦੇ ਵਿੱਚ ਨਿਮਰਤਾ ਹੁੰਦੀ ਹੈ, ਨੀਵੀਂ ਰਹਿੰਦੀ ਹੈ। ਮਜੀਠ ਦੀ ਇੱਕ ਵੇਲ ਹੁੰਦੀ ਹੈ, ਜੜ੍ਹਾਂ ਧਰਤੀ ਦੇ ਵਿੱਚ ਹੁੰਦੀਆਂ ਨੇ, ਧਰਤੀ ਵਿੱਚੋਂ ਪੁੱਟ ਕੇ ਉਹਦੀਆਂ ਜੜ੍ਹਾਂ ਕੱਢੀਆਂ ਜਾਂਦੀਆਂ ਨੇ। ਮਜੀਠ ਧਰਤੀ ਉਖਣ ਕੱਢੀ ਹੈ, ਧਰਤੀ ਨੂੰ ਪੁੱਟ ਕੇ ਮਜੀਠ ਦੀਆਂ ਜੜ੍ਹਾਂ ਬਾਹਰ ਕੱਢੀਆਂ ਜਾਂਦੀਆਂ ਨੇ। ਮੂਲ ਮਜੀਠ ਜੜੀ ਜੜ ਤਾਰੇ, ਤੇ ਮਜੀਠ ਦਾ ਜਿਹੜਾ ਮੁੱਢ ਹੈ ਨਾ, ਮਜੀਠ ਦਾ ਮੁੱਢ ਬੂਟੇ ਦੀਆਂ ਸ਼ਾਖਾਂ ਨਾਲ ਜੁੜਿਆ ਹੁੰਦਾ ਹੈ, ਜਿਹੜੀਆਂ ਉਹਦੀਆਂ ਜੜ੍ਹਾਂ ਨੇ ਚੰਗੀ ਤਰ੍ਹਾਂ ਜੜੀਆਂ ਹੁੰਦੀਆਂ ਨੇ ਉਹਦੀ ਵੇਲ ਦੇ ਨਾਲ। ਫਿਰ ਜਦੋਂ ਉਹਦੀਆਂ ਜੜ੍ਹਾਂ ਕੱਟ ਲਈਆਂ ਜਾਂਦੀਆਂ ਨੇ, ਧਰਤੀ ਨੂੰ ਪੁੱਟ ਕੇ ਬਾਹਰ ਕੱਢ ਲਈਆਂ ਜਾਂਦੀਆਂ ਨੇ। ਉਖਲ ਮੋਹਲੇ ਕੁੱਟੀ ਐ, ਪੀਹਣ ਪੀਸੈ ਚੱਕੀ ਭਾਰੇ। ਫਿਰ ਉਖਲ ਵਿੱਚ ਪਾ ਕੇ ਤੇ ਮੋਹਲਿਆਂ ਦੇ ਨਾਲ ਉਹ ਜੜ੍ਹਾਂ ਨੂੰ ਕੁੱਟਿਆ ਜਾਂਦਾ ਹੈ। ਉਖਲ ਵਿੱਚ ਪਾ ਕੇ ਵੱਖ-ਵੱਖ ਇਲਾਕਿਆਂ 'ਚ ਬੋਲੀਆਂ, ਕਈ ਚੱਟੂ ਕਹਿੰਦੇ ਨੇ, ਕਈ ਚੱਠੂ ਕਹਿ ਦਿੰਦੇ, ਕੋਈ ਕੂੰਡਾ ਵੀ ਕਹਿ ਦਿੰਦੇ ਆ। ਹੁਣ ਤਾਂ ਪੱਥਰ ਦੇ ਨੇ, ਧਾਤਾਂ ਦੇ ਬਣੇ ਨੇ, ਪਹਿਲਾਂ ਪੱਥਰ ਅਤੇ ਲੱਕੜ ਦੇ ਹੀ ਜ਼ਿਆਦਾ ਹੋਇਆ ਕਰਦੇ ਸੀ। ਸੋ ਉਖਲ ਵਿੱਚ ਪਾ ਕੇ ਨਾ ਮਜੀਠ ਦੀਆਂ ਜੜ੍ਹਾਂ ਨੂੰ ਮੋਹਲਿਆਂ ਦੀ ਮਾਰ ਮਾਰ ਕੇ ਉਹਨੂੰ ਕੁੱਟਿਆ ਜਾਂਦਾ ਹੈ, ਬਰੀਕ ਕੀਤਾ ਜਾਂਦਾ ਹੈ। ਪੀਹਣ ਪੀਸੈ ਚੱਕੀ ਭਾਰੇ। ਫਿਰ ਜਦੋਂ ਜੜ੍ਹਾਂ ਥੋੜ੍ਹੀਆਂ ਬਰੀਕ ਹੋ ਜਾਂਦੀਆਂ ਨੇ, ਫਿਰ ਜਿਹੜਾ ਪੀਸਣ ਵਾਲਾ ਨਾ, ਚੱਕੀ ਵਾਲਾ, ਉਹ ਪੀਸੈ ਚੱਕੀ ਭਾਰੇ, ਚੱਕੀ ਦੇ ਭਾਰੇ ਪੁੜਾਂ ਦੇ ਨਾਲ ਉਹਨੂੰ ਪੀਸਦਾ ਹੈ। ਸਹਿ ਅਵਟਣ ਅੱਗ ਦਾ, ਹੋਏ ਪਿਆਰੀ ਮਿਲੈ ਪਿਆਰੇ। ਫਿਰ ਜਦੋਂ ਉਹ ਮਜੀਠ ਪੀਸੀ ਜਾਂਦੀ ਹੈ ਚੱਕੀ ਦੇ ਭਾਰ ਨਾਲ, ਫਿਰ ਉਹਨੂੰ ਪਾਣੀ ਵਿੱਚ ਪਾ ਕੇ ਅੱਗ ਦੇ ਉੱਤੇ ਰੱਖ ਦਿੱਤਾ ਜਾਂਦਾ ਹੈ। ਫਿਰ ਉਹ ਅੱਗ ਦੇ ਸੇਕ ਨੂੰ, ਉਬਾਲਿਆਂ ਨੂੰ ਸਹਾਰਦੀ ਹੈ ਉਹ ਮਜੀਠ। ਸਹਿ ਅਵਟਣ ਅੱਗ ਦਾ, ਤੇ ਫਿਰ ਉਹਦੇ ਵਿੱਚੋਂ ਰੰਗ ਨਿਕਲਦਾ ਹੈ, ਤੇ ਫਿਰ ਕੱਪੜੇ ਰੰਗੇ ਜਾਂਦੇ ਨੇ। ਉਹ ਰੰਗ ਜਿਹੜਾ ਮਜੀਠ ਦਾ ਪੱਕਾ ਹੁੰਦਾ ਹੈ। ਉਹ ਜਿਨ੍ਹਾਂ ਕੱਪੜਿਆਂ ਨੂੰ ਅੱਜ ਕੱਲ੍ਹ ਤਾਂ ਹੁਣ ਬਹੁਤ ਘੱਟ ਮਜੀਠ ਵਰਤਦੇ ਨੇ, ਪੁਰਾਣੇ ਜ਼ਮਾਨੇ ਵਿੱਚ ਕੋਈ ਕੈਮੀਕਲ, ਕੋਈ ਇਹੋ ਜਿਹੇ ਰੰਗ ਅੱਜ ਕੱਲ੍ਹ ਵਰਗੇ ਬਣੇ ਨਹੀਂ ਸੀ। ਤਾਂ ਮਜੀਠ ਦੀਆਂ ਜੜ੍ਹਾਂ ਨੂੰ ਹੀ ਪੁੱਟ ਕੇ, ਕੁੱਟ ਕੇ, ਪੀਹ ਕੇ, ਉਬਾਲੇ ਦੇ ਕੇ ਪਾਣੀ ਦੇ ਵਿੱਚ ਅੱਗ ਦੇ ਉੱਤੇ ਸੇਕ ਦਿੱਤਾ ਜਾਂਦਾ, ਤੇ ਫਿਰ ਕੱਪੜੇ ਰੰਗੇ ਜਾਂਦੇ ਸੀ। ਹੋਏ ਪਿਆਰੀ ਮਿਲੇ ਪਿਆਰੇ। ਇਸ ਤਰ੍ਹਾਂ ਮਜੀਠ ਜਿਹੜੀ ਆ ਨਾ, ਪਿਆਰੀ ਬਣ ਕੇ, ਸੋਹਣਾ ਰੰਗ ਕੱਢ ਕੇ, ਤੇ ਉਹ ਪਿਆਰੇ ਨੂੰ ਮਿਲ ਜਾਂਦੀ ਹੈ। ਵਿਆਹ ਵਾਲੇ ਲੜਕੇ ਲੜਕੀ ਨੂੰ ਮਜੀਠ ਦੇ ਰੰਗ ਦੇ ਸੋਹਣੇ ਜਿਹੜੇ ਰੰਗੇ ਹੋਏ ਬਸਤਰ ਲਾਲ ਰੰਗ ਦੇ ਪਾਏ ਜਾਂਦੇ ਸੀ। ਇਸ ਤਰ੍ਹਾਂ ਮਜੀਠ ਪਿਆਰੀ ਹੋ ਕੇ ਆਪਣੇ ਪਿਆਰੇ ਨੂੰ ਮਿਲ ਪੈਂਦੀ ਹੈ। ਪੋਹਲੀ ਉਹ ਸਿਰ ਕੱਢ ਕੇ, ਫੁੱਲ ਕਸੁੰਭ ਚਲੁੰਭ ਖਿਲਾਰੇ। ਭਾਈ ਗੁਰਦਾਸ ਜੀ ਕਹਿੰਦੇ ਹੁਣ ਕਸੁੰਭੇ ਦੇ ਰੰਗ ਦੀ ਗੱਲ ਸੁਣ ਲਓ। ਪੋਹਲੀ ਉਹ ਸਿਰ ਕੱਢ ਕੇ, ਪੋਲੀ ਦੇ ਵਿੱਚੋਂ, ਉਹ ਡੋਡੀਆਂ ਦੇ ਵਿੱਚੋਂ ਸਿਰ ਕੱਢ ਕੇ ਜਿਹੜਾ ਕਸੁੰਭਾ ਹੈ ਨਾ, ਉਹ ਆਪਣਾ ਆਪ ਵਿਖਾਰਦਾ ਹੈ, ਸੂਹਾ ਰੰਗ ਬਿਖੇਰਦਾ ਹੈ, ਖਿਲਾਰਦਾ ਵੀ ਮੈਂ ਬੜਾ ਸੂਹਾ ਹਾਂ, ਮੇਰਾ ਰੰਗ ਬੜਾ ਸੋਹਣਾ ਹੈ। ਉਹਦੀ ਚਮਕ ਅੱਖਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਖਟ ਤੁਰਸੀ ਦੇ ਰੰਗੀ ਐ,
ਕਪਟ ਸਨੇਹੋ ਰਹਿ ਦੇਹ ਚਾਰੇ। ਤੇ ਫਿਰ ਜਿਹੜਾ ਕਸੁੰਭਾ ਹੈ ਨਾ, ਜਦੋਂ ਪਾਣੀ ਵਿੱਚ ਖਟਿਆਈ ਪਾ ਕੇ ਉਹਨੂੰ ਕਾੜ ਕੇ ਕੋਈ ਕੱਪੜਾ ਰੰਗੀਦਾ ਹੈ, ਕਪਟ ਸਨੇਹ, ਭਾਈ ਗੁਰਦਾਸ ਜੀ ਕਹਿੰਦੇ ਉਹ ਕਪਟ ਵਾਲਾ ਉਹਦਾ ਸਨੇਹ ਪਿਆਰ ਹੈ। ਮਜੀਠ ਵਿੱਚ ਰੰਗਿਆ ਕੱਪੜਾ ਉਹਦਾ ਰੰਗ ਪੱਕਾ ਹੁੰਦਾ ਹੈ, ਲਹਿੰਦਾ ਨਹੀਂ। ਤੇ ਇਹ ਦੇਹ ਚਾਰੇ, ਇਹ 4 ਦਿਨ ਰਹਿੰਦਾ ਹੈ। ਕਸੁੰਭੇ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਕੱਪੜਾ ਜਦੋਂ ਪਾਣੀ ਵਿੱਚ ਖਟਿਆਈ ਪਾ ਕੇ ਕਾੜ ਕੇ ਕੋਈ ਕੱਪੜਾ ਰੰਗਿਆ ਜਾਂਦਾ ਹੈ, ਤਾਂ ਫਿਰ ਇਸ ਦੇ ਝੂਠੇ ਪ੍ਰੇਮ, ਕੱਚੇ ਰੰਗ ਦਾ ਪਤਾ ਲੱਗਦਾ ਹੈ, ਜੋ 4 ਦਿਨਾਂ ਵਿੱਚ ਹੀ ਮੁੱਕ ਜਾਂਦਾ ਹੈ। ਇਸ ਲਈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮਜੀਠ ਨਿਮਰਤਾ ਹੈ, ਉਹਦੇ ਵਿੱਚ ਨੀਵੀਂ ਹੈ। ਧਰਤੀ ਵਿੱਚੋਂ ਜੜ੍ਹਾਂ ਪੁੱਟੀਆਂ ਜਾਂਦੀਆਂ ਨੇ, ਅਤੇ ਜਿਹੜੀ ਨੀਵੀਂ ਰਹਿਣ ਵਾਲੀ ਮਜੀਠ ਹੈ ਉਹਦਾ ਰੰਗ ਪੱਕਾ ਹੈ। ਅਤੇ ਜਿਹੜੇ ਇਸੇ ਤਰ੍ਹਾਂ ਨਿਮਰਤਾ ਵਾਲੇ ਹੁੰਦੇ ਹੈ ਨਾ, ਉਹਨਾਂ ਦਾ ਪ੍ਰੇਮ ਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ ਪੱਕਾ ਹੁੰਦਾ ਹੈ। ਅਤੇ ਕਸੁੰਭੇ ਵਰਗੇ ਜਿਹੜੇ ਸਿਰਫ ਦਿਖਾਵੇ ਦੀਆਂ ਹੀ ਗੱਲਾਂ ਕਰਦੇ ਹੈ, 4 ਦਿਨਾਂ ਦਾ ਉਹਦਾ ਕੱਚਾ ਰੰਗ ਹੁੰਦਾ ਹੈ, ਝੱਟ ਲਹਿ ਜਾਂਦਾ ਹੈ। ਸੋ ਜਿਹੜੇ ਉੱਚੇ ਬਣਦੇ ਨੇ ਹੰਕਾਰੀ, ਉਹਨਾਂ ਦੇ ਅੰਦਰ ਕੋਈ ਪ੍ਰੇਮ, ਪਿਆਰ, ਮੁਹੱਬਤ ਨਹੀਂ ਹੁੰਦੀ। ਉਹ ਹੰਕਾਰ ਦੇ ਵਿੱਚ ਹੀ ਆਪਣੇ ਆਪ ਨੂੰ ਖਤਮ ਕਰ ਲੈਂਦੇ ਹੈ। ਨੀਵਾਂ ਜਿਣੈ ਉਚੇਰਾ ਹਾਰੇ। ਇਸੇ ਤਰ੍ਹਾਂ ਜਿਹੜਾ ਨਿਮਰਤਾ ਧਾਰਨ ਕਰਕੇ ਰੱਖਦਾ ਹੈ ਉਹ ਜਿੱਤ ਜਾਂਦਾ ਹੈ, ਅਤੇ ਜਿਹੜਾ ਉੱਚਾ ਹੈ, ਹੰਕਾਰੀ ਹੈ, ਉਹ ਹਾਰ ਜਾਂਦਾ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਮਜੀਠ ਅਤੇ ਕਸੁੰਭੇ ਦਾ ਉਦਾਹਰਣ ਦੇ ਕਰਕੇ ਸਾਨੂੰ ਸਮਝਾਇਆ ਹੈ ਕਿ ਨਿਮਰਤਾ ਦੇ ਗੁਣ ਨੂੰ ਧਾਰਨ ਵਾਲੇ, ਉਹਨਾਂ ਦੇ ਅੰਦਰ ਪੱਕਾ ਸੱਚਾ ਪ੍ਰੇਮ ਹੁੰਦਾ ਹੈ। ਕੀੜੀ ਨਿਕੜੀ ਚਲਤ ਕਰ, ਭ੍ਰਿੰਗੀ ਨੋ ਮਿਲ ਭ੍ਰਿੰਗੀ ਹੋਵੈ। ਹੁਣ ਅਗਲੀ ਪੌੜੀ ਵਿੱਚ ਫਿਰ ਭਾਈ ਗੁਰਦਾਸ ਸਾਹਿਬ ਜੀ ਜਿਹੜੀਆਂ ਨਿੱਕੀਆਂ ਚੀਜ਼ਾਂ ਨੇ ਉਹਨਾਂ ਦੀ ਗੱਲ ਕਰਦਿਆਂ ਸਾਨੂੰ ਸਮਝਾਉਂਦੇ ਨੇ ਕਿ ਨਿੱਕਾ ਬਣ ਕੇ, ਨੀਵਾਂ ਬਣ ਕੇ ਰਹਿ। ਕੀੜੀ ਨਿਕੜੀ ਚਲਤ ਕਰ, ਭ੍ਰਿੰਗੀ ਨੋ ਮਿਲ ਭ੍ਰਿੰਗੀ ਹੋਵੇ। ਜਿਹੜੀ ਨਿੱਕੀ ਕੀੜੀ ਹੈ ਨਾ, ਜਦੋਂ ਭ੍ਰਿੰਗੀ ਕੀੜੇ ਦੇ ਨਾਲ ਮਿਲਦੀ ਹੈ ਤਾਂ ਇਹੋ ਜਿਹਾ ਕੌਤਕ ਹੋ ਜਾਂਦਾ ਹੈ, ਉਹ ਕੀੜੀ ਭ੍ਰਿੰਗੀ ਦਾ ਰੂਪ ਹੋ ਜਾਂਦੀ ਹੈ। ਭ੍ਰਿੰਗੀ ਇੱਕ ਖਾਸ ਕਿਸਮ ਦਾ ਕੀੜਾ ਹੁੰਦਾ ਹੈ। ਉਹ ਹੋਰ ਕਈ ਤਰ੍ਹਾਂ ਦੇ ਕੀੜਿਆਂ ਨੂੰ ਆਪਣੇ ਵਰਗਾ ਹੀ ਬਣਾ ਲੈਂਦੀ ਹੈ। ਜਿਹੜਾ ਭ੍ਰਿੰਗੀ ਕੀੜਾ ਹੈ ਨਾ, ਉਹਦੇ ਕੋਲ ਜਦੋਂ ਦੂਜੀ ਕੀੜੀ ਜਾਂਦੀ ਹੈ, ਉਹਨੂੰ ਆਪਣੇ ਵਰਗਾ ਹੀ ਬਣਾ ਲੈਂਦੀ ਹੈ। ਉਹਦੇ ਵਿੱਚ ਇਹ ਗੁਣ ਹੈ ਪਰਮੇਸ਼ਰ ਵੱਲੋਂ। ਸੋ ਨਿੱਕੀ ਕੀੜੀ ਭ੍ਰਿੰਗੀ ਕੀੜੇ ਨੂੰ ਜਦੋਂ ਮਿਲਦੀ ਹੈ ਤਾਂ ਕੌਤਕ ਹੁੰਦਾ ਹੈ, ਚਲਤ ਕਰ। ਕੌਤਕ ਕਰਕੇ ਉਹ ਜਿਹੜੀ ਭ੍ਰਿੰਗੀ ਕੀੜੀ ਹੈ ਨਾ, ਉਹ ਉਸ ਦੂਜੀ ਕੀੜੀ ਨੂੰ ਆਪਣੇ ਵਰਗਾ ਬਣਾ ਲੈਂਦੀ ਹੈ। ਨਿਕੜੀ ਦਿਸੈ ਮੱਕੜੀ, ਸੂਤ ਮੋਹ ਕੱਢ ਫਿਰ ਸੰਗੋਵੈ। ਭਾਈ ਗੁਰਦਾਸ ਜੀ ਕਹਿੰਦੇ ਹੋਰ ਸੁਣੋ, ਜਿਹੜੀ ਮੱਕੜੀ ਹੈ ਨਾ, ਇਹ ਵੇਖਣ ਵਿੱਚ ਇੱਕ ਨਿੱਕੀ ਜਿਹੀ ਹੈ। ਮੱਕੜੀ ਦਾ ਜਾਲ ਤੇ ਆਪਾਂ ਸਾਰਿਆਂ ਵੇਖਿਆ। ਮੱਕੜੀ ਵੇਖਣ ਨੂੰ ਛੋਟਾ ਜਿਹਾ ਕੀੜਾ ਹੈ। ਸੂਤ ਮੋਹ ਕੱਢ ਫਿਰ ਸੰਗੋਵੈ, ਪਰ ਉਹ ਆਪਣੇ ਮੂੰਹ ਦੇ ਵਿੱਚੋਂ ਕਈ ਗਜ ਸੂਤ ਤਾਰ ਕੱਢ ਕੇ ਅਤੇ ਆਖਰ ਫਿਰ ਉਸ ਤਾਰ ਨੂੰ ਨਿਗਲ ਜਾਂਦਾ ਹੈ। ਮੱਕੜੀ ਜਿਹੜੀ ਹੈ, ਉਹਦਾ ਜਾਲਾ ਅਸੀਂ ਵੇਖਦੇ ਹਾਂ, ਕਿੰਨਾ ਲੰਮਾ ਉਹ ਸੂਤ, ਉਹ ਤੰਦ ਬਰੀਕ ਜਿਹੀ ਹੁੰਦੀ ਹੈ, ਆਪਾਂ ਹੱਥ ਮਾਰਦੇ ਪਰੇ ਕਰ ਦਿੰਦੇ ਹਾਂ ਜਾਲਾ। ਸੋ ਛੋਟੀ ਜਿਹੀ ਹੈ ਉਹ ਮੱਕੜੀ, ਪਰ ਮੂੰਹ ਤੋਂ ਕਈ ਲੰਮਾ ਗਜ ਸੂਤ ਕੱਢ ਕੇ ਫਿਰ ਉਸ ਨੂੰ ਨਿਗਲ ਜਾਂਦੀ ਹੈ। ਨਿਕੜੀ ਮੱਖ ਵਖਾਣੀਐ, ਮਾਖਿਓ ਮਿੱਠਾ ਭਾਗਠ ਹੋਵੈ। ਭਾਈ ਸਾਹਿਬ ਜੀ ਕਹਿੰਦੇ ਸ਼ਹਿਦ ਦੀ ਮੱਖੀ ਵੇਖੋ, ਛੋਟੀ ਜਿਹੀ ਹੁੰਦੀ ਹੈ, ਫੁੱਲਾਂ 'ਤੇ ਬਹਿ ਕੇ ਰਸ ਪ੍ਰਾਪਤ ਕਰਕੇ ਸ਼ਹਿਦ ਇਕੱਠਾ ਕਰਦੀ ਹੈ, ਬਹੁਤ ਮਿਠਾਸ ਹੁੰਦੀ ਹੈ ਉਸ ਸ਼ਹਿਦ ਦੇ ਵਿੱਚ। ਨਿਕੜੀ ਮੱਖ ਵਖਾਣੀ ਹੈ, ਸ਼ਹਿਦ ਦੀ ਮੱਖੀ ਛੋਟੀ ਕਹੀ ਜਾਂਦੀ ਹੈ, ਮਾਖਿਓ ਮਿੱਠਾ, ਉਹਦਾ ਸ਼ਹਿਦ ਮਿੱਠਾ ਹੈ। ਭਾਗਠ ਹੋਵੇ, ਅਤੇ ਜਿਹੜੇ ਭਾਗਠ ਅਮੀਰ ਨੇ, ਧਨਵਾਨ ਨੇ, ਉਹਨਾਂ ਦੇ ਭਾਂਡਿਆਂ ਦੇ ਵਿੱਚ ਉਹ ਸ਼ਹਿਦ ਪੈਂਦਾ ਹੈ, ਉਸ ਸ਼ਹਿਦ ਨੂੰ ਚੱਖਦੇ ਨੇ।
ਨਿਕੜਾ ਕੀੜਾ ਆਖੀਐ, ਪਟ ਪਟੋਲੇ ਕਰ ਢੰਗ ਢੋਵੈ। ਇਸੇ ਤਰ੍ਹਾਂ ਜਿਹੜਾ ਰੇਸ਼ਮ ਦਾ ਕੀੜਾ ਹੈ ਉਹ ਬਿਲਕੁਲ ਛੋਟਾ ਜਿਹਾ ਹੁੰਦਾ ਹੈ, ਉਸ ਨੂੰ ਛੋਟਾ ਕਿਹਾ ਜਾਂਦਾ ਹੈ, ਪਰ ਉਸੇ ਦੀ ਬਦੌਲਤ ਬਣੇ ਹੋਏ ਰੇਸ਼ਮ ਅਤੇ ਜਰੀ ਦੇ ਕੱਪੜੇ ਵਿਆਹ ਅਤੇ ਵਰੀ ਅਤੇ ਦਾਜ ਦੇ ਵਿੱਚ ਢੋਏ ਜਾਂਦੇ ਨੇ। ਜਦੋਂ ਵਿਆਹ ਹੁੰਦੇ ਨੇ ਨਾ, ਕਹਿੰਦੇ ਫਿਰ ਉਸੇ ਰੇਸ਼ਮ ਤੋਂ ਬਣੇ ਹੋਏ ਜਿਹੜੇ ਬਸਤਰ ਨੇ ਨਾ, ਸੋਹਣੇ ਸੋਹਣੇ ਬਸਤਰ ਵਿਆਹਾਂ ਸ਼ਾਦੀਆਂ ਵਿੱਚ ਢੋਏ ਜਾਂਦੇ ਹਨ। ਗੁਟਕਾ ਮੋਹ ਵਿੱਚ ਪਾਏ ਕੈ, ਦੇਸ ਦੇਸੰਤਰ ਜਾਏ ਖੜੋਵੈ। ਗੁਟਕਾ ਜਿਹੜਾ ਹੁੰਦਾ ਹੈ ਇੱਕ ਮੰਤਰ ਦੇ ਨਾਲ ਸਿੱਧ ਕੀਤਾ ਹੋਇਆ ਮਣਕਾ। ਸਪੇਰੇ ਲੋਕ ਉਹਨਾਂ ਦੇ ਕੋਲ ਹੁੰਦਾ ਸੀ, ਸਿੱਧ ਯੋਗੀ ਲੋਕਾਂ ਦੇ ਕੋਲ ਹੁੰਦਾ ਸੀ। ਉਹਨੂੰ ਮੂੰਹ ਵਿੱਚ ਪਾ ਕੇ ਉਹ ਜਿੱਥੇ ਮਰਜ਼ੀ ਜਾ ਸਕਦੇ ਸੀ। ਮੰਤਰ ਸਿੱਧੀ ਦੇ ਬਲ ਦੇ ਨਾਲ ਉਹਦੇ ਵਿੱਚ ਇਹ ਤਾਕਤ ਸਮਰੱਥਾ ਆ ਜਾਂਦੀ ਸੀ। ਗੁਟਕਾ ਮੋਹ ਵਿੱਚ ਪਾਏ ਕੈ, ਦੇਸ ਦੇਸੰਤਰ ਜਾਏ ਖੜੋਵੈ। ਜੋਗੀ ਅਤੇ ਸਪੇਰੇ ਲੋਕ ਆਪਣੇ ਮੂੰਹ ਵਿੱਚ ਮਣਕਾ ਰੱਖ ਕੇ ਦੇਸ਼ਾਂ ਦੇਸ਼ਾਂਤਰਾਂ ਵਿੱਚ ਜਾ ਕੇ ਵਿਚਰਦੇ ਨੇ। ਹੈ ਉਹ ਮਣਕਾ ਛੋਟਾ, ਪਰ ਉਹਦੇ ਵਿੱਚ ਸਮਰੱਥਾ ਬਹੁਤ ਹੈ। ਮੋਤੀ ਮਾਣਕ ਹੀਰਿਆਂ, ਪਾਤਸ਼ਾਹੋ ਲੈ ਹਾਰ ਪਰੋਵੈ। ਮੋਤੀ ਮਾਣਕ ਹੀਰੇ ਜਿਹੜੇ ਨੇ ਛੋਟੇ ਹੁੰਦੇ ਨੇ, ਵੱਡੇ ਨਹੀਂ ਹੁੰਦੇ। ਮੋਤੀ ਮਾਣਕ ਲਾਲ ਰੰਗ ਦਾ ਹੁੰਦਾ ਹੈ। ਭਾਈ ਸਾਹਿਬ ਜੀ ਕਹਿੰਦੇ ਮੋਤੀ ਮਾਣਕ ਹੀਰੇ ਇਹਨਾਂ ਦਾ ਹਾਰ ਪਰੋਇਆ ਜਾਂਦਾ ਹੈ, ਅਤੇ ਜਿਹੜੇ ਪਾਤਸ਼ਾਹ ਲੋਕ ਨੇ ਨਾ, ਬਾਦਸ਼ਾਹ ਲੋਕ, ਉਹ ਹਾਰ ਬਣਾ ਕੇ ਆਪਣੇ ਗਲੇ ਵਿੱਚ ਪਾਉਂਦੇ ਹੈ। ਛੋਟੇ ਮੋਤੀ ਉਹ ਕੀਮਤੀ ਨੇ, ਉਹਨਾਂ ਨੂੰ ਵਡਿਆਈ ਮਿਲਦੀ ਹੈ, ਰਾਜਿਆਂ ਮਹਾਰਾਜਿਆਂ ਦੇ ਗਲ ਦਾ ਸ਼ਿੰਗਾਰ ਬਣਦੇ ਹੈ। ਪਾਏ ਸਮਾਇਣ ਦਹੀ ਵਿਲੋਵੈ। ਇਸੇ ਤਰ੍ਹਾਂ ਜਦੋਂ ਆਪਾਂ ਦੁੱਧ ਨੂੰ ਜਮਾਉਣਾ ਹੋਵੇ, ਦਹੀਂ ਬਣਾਉਣਾ ਹੋਵੇ, ਉਹਦੇ ਵਿੱਚ ਪਾਏ ਸਮਾਇਣ, ਸਮਾਇਣ ਕਹਿੰਦੇ ਜਾਗ ਨੂੰ, ਥੋੜ੍ਹੀ ਜਿਹੀ ਜਾਗ ਉਹਦੇ ਵਿੱਚ ਪਾ ਦਿੱਤੀ ਜਾਂਦੀ। ਇਹ ਥੋੜ੍ਹੀ ਵੀ ਜਿੰਨਾ ਆਪਾਂ ਦਹੀਂ ਜਮਾਉਣਾ ਹੈ ਵੀ ਜਾਗ ਆਪਾਂ ਕੋਈ ਕਿਲੋ 2 ਕਿਲੋ ਪਾਉਂਦੇ ਹਾਂ, ਨਹੀਂ, ਥੋੜ੍ਹੀ ਜਿਹੀ ਜਾਗ ਪਾਈ ਜਾਂਦੀ। ਉਸ ਥੋੜ੍ਹੀ ਜਿਹੀ ਸਮਾਇਣ ਜਾਗ ਦੇ ਨਾਲ ਕਿੰਨਾ ਦਹੀਂ ਬਣ ਜਾਂਦਾ ਹੈ। ਗੁਣ ਉਹਦੇ ਵਿੱਚ ਹੈ, ਦੁੱਧ ਤੋਂ ਦਹੀਂ ਬਣਾ ਦਿੰਦੀ ਹੈ। ਜਾਗ ਹੈ ਉਹਦੀ ਮਾਤਰਾ ਥੋੜ੍ਹੀ ਛੋਟੀ, ਪਰ ਉਹ ਬਹੁਤ ਸਾਰੇ ਦੁੱਧ ਨੂੰ ਦਹੀਂ ਦੇ ਵਿੱਚ ਤਬਦੀਲ ਕਰ ਦਿੰਦੀ ਹੈ। ਫਿਰ ਦਹੀਂ ਵਿਲੋਵੈ, ਫਿਰ ਉਹ ਬਣਿਆ ਹੋਇਆ ਦਹੀਂ ਜਿਹੜਾ ਰਿੜਕਿਆ ਜਾਂਦਾ ਹੈ, ਮੱਖਣ ਘਿਓ ਇਤਿਆਦਿਕ ਉਹਦੇ ਤੋਂ ਬਣਦਾ ਹੈ। ਕਈ ਪਕਵਾਨ ਬਣਦੇ ਨੇ। ਸੋ ਭਾਈ ਸਾਹਿਬ ਜੀ ਕਹਿੰਦੇ ਜਿਹੜੀਆਂ ਇਹ ਪੌੜੀ ਵਿੱਚ ਮੈਂ ਗਿਣਤੀ ਕੀਤੀ ਹੈ, ਇਹ ਛੋਟੀਆਂ ਛੋਟੀਆਂ ਨੇ ਸਾਰੀਆਂ। ਛੋਟੀ ਕੀੜੀ ਭਰਿੰਗੀ ਨੂੰ ਮਿਲ ਕੇ ਭਰਿੰਗੀ ਦਾ ਰੂਪ ਹੋ ਗਈ। ਮਕੜੀ ਛੋਟੀ ਹੈ, ਸੂਤ ਤੰਦ ਕਿੰਨੀ ਲੰਮੀ ਮੂੰਹ 'ਚੋਂ ਕੱਢ ਲੈਂਦੀ ਹੈ। ਸ਼ਹਿਦ ਦੀ ਮੱਖੀ ਛੋਟੀ ਹੈ, ਮਿਠਾਸ ਨੂੰ ਇਕੱਤਰ ਕਰਦੀ ਹੈ। ਔਰ ਇਸ ਤਰ੍ਹਾਂ ਰੇਸ਼ਮ ਦਾ ਕੀੜਾ ਛੋਟਾ ਹੈ, ਕਿੰਨਾ ਬਸਤਰ ਕਿੰਨੇ ਕੱਪੜੇ ਬਣਦੇ, ਲੋਕ ਤਨ 'ਤੇ ਹੰਢਾਉਂਦੇ ਹੈ। ਮਣਕਾ ਛੋਟਾ ਹੁੰਦਾ ਹੈ, ਸਪੇਰੇ ਜੋਗੀ ਮੁੱਖ ਵਿੱਚ ਪਾ ਕੇ ਦੇਸ਼ ਦੇਸ਼ਾਂਤਰਾਂ ਵਿੱਚ ਚਲੇ ਜਾਂਦੇ ਹੈ। ਛੋਟੇ ਮੋਤੀ ਹੁੰਦੇ ਹੈ, ਉਹ ਰਾਜਿਆਂ ਮਹਾਰਾਜਿਆਂ ਦੇ ਗਲ ਦਾ ਹਾਰ ਬਣ ਕੇ ਵਡਿਆਈ ਪਾਉਂਦੇ ਹੈ। ਜਾਗ ਦੀ ਮਾਤਰਾ ਥੋੜ੍ਹੀ ਹੈ, ਪਰ ਥੋੜ੍ਹੀ ਹੁੰਦਿਆਂ ਹੋਇਆਂ ਵੀ ਉਹ ਬਹੁਤ ਸਾਰੇ ਦੁੱਧ ਨੂੰ ਦਹੀਂ ਬਣਾ ਦਿੰਦੀ ਹੈ। ਇਸੇ ਤਰ੍ਹਾਂ ਜਿਹੜੇ ਛੋਟੇ ਨੇ, ਨਿਮਰਤਾ ਨੂੰ ਧਾਰਨ ਕਰਨ ਵਾਲੇ ਨੇ, ਨਿੱਕੇ ਬਣ ਕੇ ਰਹਿੰਦੇ ਹੈ, ਉਹ ਵਡਿਆਈ ਪਾਉਂਦੇ ਨੇ। ਉਹਨਾਂ ਦੇ ਜੀਵਨ ਵਿੱਚ ਬਹੁਤ ਸਾਰੇ ਗੁਣ ਪ੍ਰਾਪਤ ਹੁੰਦੇ ਹੈ। ਨਿਮਰਤਾ ਧਾਰਨ ਨਾਲ ਵੱਡੇ ਵੱਡੇ ਫਲ ਜਿਹੜੇ ਹੈ ਉਹ ਪ੍ਰਾਪਤ ਹੁੰਦੇ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਇਹਨਾਂ ਪੌੜੀਆਂ ਦੇ ਰਾਹੀਂ ਸਮਝਾ ਰਹੇ ਨੇ ਕਿ ਨਿਮਰਤਾ ਨੂੰ ਧਾਰਨ ਵਾਲਾ ਮਾਣ ਵਡਿਆਈ ਅਨੇਕਾਂ ਵੱਡੇ ਫਲਾਂ ਨੂੰ ਪ੍ਰਾਪਤ ਕਰ ਲੈਂਦਾ ਹੈ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਮੋਤੀ ਮਾਣਕ ਹੀਰਿਆਂ, ਪਾਤਸ਼ਾਹੋ ਲੈ ਹਾਰ ਪਰੋਵੈ। ਪਾਏ ਸਮਾਇਣ ਦਹੀ ਵਿਲੋਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ
समगरी तुमरा सुखरतारी तुमके हुए जी तुमरी कात में ते नानक दास